ਅੱਜ तक हरेक बार मीटिंग ਦੇ ਵਿੱਚ ਸਾਨੂੰ ਲਾਰਾ ਲਾ ਕੇ ਮੋੜਦੇ ਹੋ। ਕੋਈ ਵੀ ਮੰਗ ਸੰਬੰਧੀ ਤੁਸੀਂ ਸਪਸ਼ਟ ਅਨਾਉਂਸਮੈਂਟ ਨਹੀਂ ਕੀਤੀ ਅਜੇ ਤੱਕ, ਇਹਨਾਂ ਬਾਰੇ ਦੱਸੋ ਤਾਂ। ਜਿਹੜੀਆਂ ਮੰਗਾਂ ਸੀ मतलब ਕਿ ਉਹ ਜਿਉਂਦੀ ਤਿਉਂ ਸੀ। ਤੇ ਇੰਨੀਆਂ ਮੀਟਿੰਗਾਂ ਹੋ ਰਹੀਆਂ, ਜਦੋਂ ਕਿਸੇ ਮੀਟਿੰਗ 'ਚ ਸਿੱਟਾ ਹੀ ਨਹੀਂ ਨਿਕਲਦਾ ਤੇ ਫਿਰ ਹਰ ਵਾਰ ਮੀਟਿੰਗ ਹੀ। ਇਹ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਅਸਲ ਦੇ ਵਿੱਚ ਗਾਲਾਂ ਕੱਢਣ ਵਾਲੇ ਮੰਤਰੀ ਨੇ ਤੇ ਪੁਲਿਸ ਨੂੰ ਹੁੰਦਾ ਹੈ ਕਿ ਬੇਰੁਜ਼ਗਾਰ ਆ ਗਏ, ਮੁਰਦਾਬਾਦ ਕਰਨਗੇ, ਪ੍ਰਦਰਸ਼ਨ ਕਰਨਗੇ, ਤਾਂ ਉਹ ਚੱਕ ਕੇ ਸਾਨੂੰ ਥਾਣਿਆਂ 'ਚ ਲੈ ਜਾਂਦੀ ਹੈ। ਖਿੱਚ ਤੂ ਕਰਕੇ, ਕੁੱਟਮਾਰ ਕਰਕੇ, ਕੱਪੜੇ ਪਾੜ ਕੇ, ਬੇਬਤ ਕਰਕੇ ਥਾਣਿਆਂ 'ਚ ਡੱਕ ਰਹੀ ਹੈ। ਤੇ ਸਰਕਾਰ ਦੀ ਨੀਅਤ ਨਹੀਂ ਜਾਂ ਜਿਹੜੀ ਸਿੱਖਿਆ ਨੀਤੀ ਉਹਦੇ 'ਚ ਤੁਹਾਡੇ ਲਈ ਸਥਾਨ ਨਹੀਂ, ਅਸਲ ਦੇ ਵਿੱਚ ਨੀਅਤ ਨਹੀਂ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਚੋਣਾਂ ਦੇ ਨੇੜੇ ਆ ਰਹੇ ਨੇ, ਸਰਕਾਰਾਂ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਇਹ ਲਾਰੇ ਬੜੇ ਨਵੇਂ ਤਰੀਕਿਆਂ ਨਾਲ ਸਾਹਮਣੇ ਆ ਰਹੇ ਨੇ। ਦਿੱਲੀ ਤੇ ਕੇਂਦਰ ਸਰਕਾਰ ਦੇ ਅਗੇਂਸਟ ਪੰਜਾਬ ਦੇ ਮੋਹਰੀ ਹੋ ਕੇ 8 ਮਹੀਨਿਆਂ ਤੋਂ ਬੈਠੇ ਨੇ, ਪਰ ਇੱਥੇ ਪੰਜਾਬ ਦੇ ਵਿੱਚ ਵੱਖ-ਵੱਖ ਮੁਸ਼ਕਲਾਂ ਨੂੰ ਲੈ ਕੇ, ਵੱਖ-ਵੱਖ ਮੰਗਾਂ ਨੂੰ ਲੈ ਕੇ ਅਲੱਗ-ਅਲੱਗ ਜਥੇਬੰਦੀਆਂ ਧਰਨਿਆਂ ਤੇ ਬੈਠੀਆਂ ਨੇ। ਅੱਜ ਆਪਾਂ ਗੱਲ ਕਰਾਂਗੇ ਜਿਹੜੇ ਸਮਾਜ ਦੀ ਸਭ ਤੋਂ ਵੱਡੀ ਸੰਸਥਾ, ਸਿੱਖਿਆ ਦੇ ਸੰਸਥਾ ਨੂੰ, ਸਿੱਖਿਆ ਜਿਹੜੀ ਖਾਸ ਵਿਧਾ ਹੈ ਜਿਸ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ, ਉਸ ਦੇ ਬੇਰੁਜ਼ਗਾਰ ਅਧਿਆਪਕ, ਸਿੱਖਿਆ ਖੇਤਰ ਨਾਲ ਵੱਖ-ਵੱਖ ਵਰਗਾਂ ਦੇ ਜਿਹੜੇ ਬੇਰੁਜ਼ਗਾਰ ਨੇ, ਉਹ ਪਿਛਲੇ 8 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਸਿੰਗਲਾ ਦੇ ਸੰਗਰੂਰ ਗ੍ਰਹਿ ਵਿਖੇ ਬੈਠੇ ਨੇ। ਮੰਤਰੀ ਸਾਹਿਬ ਦੀਆਂ ਵੱਖ-ਵੱਖ ਘਟਨਾਵਾਂ ਆ ਰਹੀਆਂ ਨੇ ਕਿ ਕਦੇ ਉਹ ਗਾਲਾਂ ਕੱਢਦੇ ਨੇ ਇਹਨਾਂ ਨੂੰ, ਕਦੇ ਬਦਤਮੀਜ਼ੀ ਕਰਦੇ ਨੇ, ਕਦੇ ਬੁਲਾ ਕੇ ਲਾਰਾ ਲਾਉਂਦੇ ਨੇ। ਹੁਣ ਤੱਕ 20 ਤੋਂ ਵੱਧ ਮੀਟਿੰਗਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ। ਉਹਦਾ ਨਤੀਜਾ 0 ਹੀ ਆਉਂਦਾ ਹੈ। ਹਰ ਵਕਤ ਨਵਾਂ ਨੁਕਤਾ ਦੱਸ ਕੇ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇਸ ਸੰਘਰਸ਼ ਦੇ ਦੌਰਾਨ ਕਾਫੀ ਬੇਰੁਜ਼ਗਾਰਾਂ ਦੇ ਪਰਚੇ ਦਰਜ ਹੋਏ ਨੇ, ਕੇਸਾਂ ਦਾ ਸਾਹਮਣਾ ਕਰ ਰਹੇ ਨੇ। ਇਹ ਸਥਿਤੀ ਜਿਉਂਦੀ ਤੋਂ ਵੱਧਦੀ ਜਾ ਰਹੀ ਹੈ, ਜਦੋਂ ਕਿ ਆਮ ਲੋਕਾਂ ਨੂੰ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਦਿਮਾਗ 'ਚ ਇੱਕ ਛਵੀ ਆਉਂਦੀ ਹੈ ਕਿ ਹੁਣ ਸਰਕਾਰ ਸਾਡੀ ਗੱਲ ਸੁਣੇਗੀ, ਪਰ ਹਜੇ ਵੀ ਸਰਕਾਰ ਸੁਣਦੀ ਨਜ਼ਰ ਨਹੀਂ ਆ ਰਹੀ। ਜਦੋਂ ਕਿ ਸੱਤਾ ਧਿਰ ਦੇ ਵਿੱਚ ਹਾਈ ਕਮਾਂਡ ਨੇ ਪ੍ਰਧਾਨਗੀ ਵੀ ਚੇਂਜ ਕਰ ਦਿੱਤੀ ਹੈ, ਮੁੱਖ ਮੰਤਰੀ ਨੂੰ ਵੀ ਕੁਛ ਆਦੇਸ਼ ਜਾਰੀ ਕਰ ਦਿੱਤੇ ਨੇ, ਪਰ ਗੱਲਾਂ ਜਿਉਂਦੀਆਂ ਤਿਉਂ ਬਣੀਆਂ ਹੋਈਆਂ ਨੇ। ਅੱਜ ਵੀ ਸਿੱਖਿਆ ਮੰਤਰੀ ਤੇ ਐਜੂਕੇਸ਼ਨ ਸਕੱਤਰ ਨਾਲ ਬੇਰੁਜ਼ਗਾਰ ਜਥੇਬੰਦੀਆਂ ਦੀ ਮੀਟਿੰਗ ਸੀਗੀ, ਉਹ ਵੀ ਬੇਸਿੱਟਾ ਰਹੀ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਵਿੱਚ ਮੰਨਿਆ ਜਾਂਦਾ ਕਿ 60,000 ਤੋਂ ਜ਼ਿਆਦਾ ਬੇਰੁਜ਼ਗਾਰ ਨੇ ਜਿਹੜੇ ਅਧਿਆਪਨ ਖੇਤਰ ਨਾਲ, ਹੈਲਥ ਦੇ ਨਾਲ ਜੁੜੇ ਹੋਏ ਨੇ। ਉਹ ਉਹਨਾਂ ਦੀਆਂ ਸਮੱਸਿਆ ਕੀ ਹੈ, 20 ਮੀਟਿੰਗਾਂ ਦੇ ਵਿੱਚ ਨਿਬੜਿਆ ਕੀ ਹੈ, ਅੱਜ ਉਹਨਾਂ ਨੂੰ ਕਿਹੜਾ ਲਾਰਾ ਲੱਗਿਆ, ਆਪਾਂ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ, ਦਰਸ਼ਕਾਂ ਦੇ ਸਾਹਮਣੇ ਰੱਖਦੇ ਹਾਂ। ਸੁਖਵਿੰਦਰ ਸਿੰਘ ਜੀ ਢਿੱਲਵਾਂ ਜੋ ਇਸ 5 ਜਥੇਬੰਦੀਆਂ ਜੋ ਲਗਾਤਾਰ 8 ਮਹੀਨਿਆਂ ਤੋਂ ਬੈਠੀਆਂ ਨੇ, ਉਹਨਾਂ ਦੇ ਕਨਵੀਨਰ ਨੇ, ਉਹ ਸਾਡੇ ਨਾਲ ਨੇ। ਦਰਸ਼ਕਾਂ ਵਿੱਚ ਮੈਂ ਵੱਖਵਾ ਨਾ ਬਣਦੇ ਹੋਏ ਸਿੱਧਾ ਢਿੱਲਵਾਂ ਸਾਹਿਬ ਕੋਲ ਜਾਵਾਂਗਾ। ਢਿੱਲਵਾਂ ਸਾਹਿਬ, ਸਕਾਈ ਨਿਊਜ਼ ਪੰਜਾਬ ਦੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਸਰੋਤਿਆਂ ਦਾ, ਦਰਸ਼ਕਾਂ ਦਾ। ਤੁਸੀਂ ਪਿਛਲੇ 8 ਮਹੀਨਿਆਂ ਤੋਂ ਬੈਠੇ ਹੈ ਕਿ ਮੰਨਿਆ ਇੰਨੇ ਕੇ ਸਮੇਂ ਤੋਂ ਕਿਸਾਨ ਵੀ ਬੈਠੇ ਨੇ ਦਿੱਲੀ ਦੇ ਵਿੱਚ, ਤੇ ਤੁਹਾਡੀ ਬਰਾਬਰੀ ਦਾ ਸੰਘਰਸ਼ ਚੱਲ ਰਿਹਾ। ਮੇਰੇ ਹਿਸਾਬ ਨਾਲ ਸਟੇਟ ਦੇ ਵਿੱਚ ਖਾਸ ਅਧਿਕਾਰ ਹੁੰਦੇ ਨੇ, ਲੋਕਾਂ ਦੇ ਵੀ ਤੇ ਸਟੇਟ ਦੇ ਵੀ। ਕੀ ਸਟੇਟ ਤੁਹਾਨੂੰ ਦਰਕਨਾਰ ਕਰ ਰਹੀ ਹੈ? ਪਹਿਲੀ ਗੱਲ ਤੇ ਸਜਦਾ ਉਹਨਾਂ ਕਿਸਾਨਾਂ ਨੂੰ ਜਿਹੜੇ ਸਾਰੀ ਦੁਨੀਆ ਨੂੰ ਸੰਘਰਸ਼ ਦਾ ਰਸਤਾ ਦੱਸਿਆ, ਜਿਨ੍ਹਾਂ ਨੇ। ਅਸੀਂ ਵੀ ਉਹਨਾਂ ਤੋਂ ਸੇਧ ਲੈ ਕੇ ਸਾਡੀਆਂ ਮੰਗਾਂ ਸਟੇਟ ਗੌਰਮੈਂਟ ਦੇ ਨਾਲ ਸੰਬੰਧਿਤ ਹੈ। ਅਸੀਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਢੰਗ ਤਰੀਕੇ ਨੂੰ ਵੇਖ ਕੇ ਸ਼ੁਰੂ ਕੀਤਾ ਤੇ ਸਾਡੀ ਮੰਗ ਸੂਬਾ ਸਰਕਾਰ ਤੋਂ ਸਿੱਖਿਆ ਤੇ ਸਿਹਤ ਦੇ ਵਿੱਚ ਭਰਤੀ ਦੀ ਹੈ ਤੇ ਸਰਕਾਰ ਪੰਜਾਬ ਦੀ ਇਸ ਆੜ ਦੇ ਵਿੱਚ ਕਿ ਪੰਜਾਬ ਦੀ ਬਹੁ ਗਿਣਤੀ ਦਾ, ਖਾਸ ਕਰਕੇ ਕਿਸਾਨੀ ਤੇ ਸਾਰੇ ਲੋਕ ਨਿਰਭਰ ਹਾਂ। ਅਸੀਂ ਅੰਨਦਾਤੇ ਤੇ ਅਸੀਂ ਨਿਰਭਰ ਕਰਦੇ ਹਾਂ ਕਿ ਟੋਟਲੀ ਪੰਜਾਬ ਦਾ ਜਿਹੜਾ ਗੁੱਸਾ ਹੈਗਾ ਉਹ ਭਾਰਤ ਸਰਕਾਰ, ਮੋਦੀ ਸਰਕਾਰ ਦੇ ਖਿਲਾਫ ਹੈ। ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਸੁਰਖਰੂ ਹੋ ਕੇ ਰਹੀਏ, ਅਸੀਂ ਬਚ ਕੇ ਰਹੀਏ, ਪਰੰਤੂ ਸਾਡੀਆਂ ਮੰਗਾਂ ਸੂਬਾ ਸਰਕਾਰ ਦੇ ਖਿਲਾਫ ਨੇ। ਤਾਂ ਕਰਕੇ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਤੇ
ਪਿਛਲੇ 31 ਦਸੰਬਰ ਤੋਂ ਕਰੀਬ 8 ਮਹੀਨੇ ਹੋਣ ਵਾਲੇ ਨੇ ਪੱਕਾ ਧਰਨਾ ਲਾ ਕੇ ਬੈਠੇ ਆ। ਜਿਹੜੀਆਂ ਮੰਗਾਂ ਅਸੀਂ ਸਿੱਖਿਆ ਦੇ ਵਿੱਚ ਭਰਤੀ ਦੀ ਮੰਗ ਨੂੰ ਲੈ ਕੇ, ਉਮਰ ਹੱਦ ਦੀ ਛੋਟ ਨੂੰ ਲੈ ਕੇ, ਸਬਜੈਕਟਾਂ ਦੀ ਮੰਗ ਲੈ ਕੇ, ਹੈਲਥ ਦੇ ਵਿੱਚ ਵਰਕਰ ਦੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ। ਜਾਨੀ ਤੁਹਾਡੀ ਮੁੱਖ ਮੰਗ ਹੈਗੀ ਰੁਜ਼ਗਾਰ ਦੀ, ਤੁਹਾਨੂੰ ਭਰਤੀ ਕੀਤਾ ਜਾਵੇ, ਤੁਹਾਡੀਆਂ ਅਸਾਮੀਆਂ ਦਿੱਤੀਆਂ ਜਾਣ ਤੇ ਤੁਹਾਨੂੰ ਯਾਨੀ ਕਿ ਰੁਜ਼ਗਾਰ ਹੀ ਦਿੱਤਾ ਜਾਵੇ, ਨੌਕਰੀ ਦਿੱਤੀ ਜਾਵੇ, ਜਿਹੜਾ ਤੁਹਾਡਾ ਰਾਈਟ ਮੰਨਦੇ ਹੋ। ਜੀ ਸਰ, ਜੇ ਪੰਜਾਬ ਸਰਕਾਰ ਨੇ ਜਿਹੜੀਆਂ ਸ਼ਰਤਾਂ ਤੈਅ ਕੀਤੀਆਂ ਕਿ ਜੇਕਰ ਤੁਸੀਂ ਡੀਪੀ ਅਧਿਆਪਕ ਲੱਗਣਾ ਹੈ, ਤੁਸੀਂ ਇਹ ਯੋਗਤਾਵਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਨੌਕਰੀ ਲੈਣ ਦੇ ਹੱਕਦਾਰ ਹੋ। ਪੀਟੀ ਵਾਸਤੇ ਵੱਖਰੀਆਂ, ਬੀਐਡ ਵਾਸਤੇ ਟੈਟ ਪਾਸ ਕਰਨਾ ਤੁਹਾਡਾ ਜ਼ਰੂਰੀ ਹੈ। ਟੈਟ ਤੋਂ ਬਾਅਦ ਇੱਕ ਤੁਹਾਨੂੰ ਸਬਜੈਕਟ ਦਾ ਟੈਸਟ ਦੇਣਾ ਪੈਂਦਾ ਹੈ। ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ ਅਸੀਂ ਰੁਜ਼ਗਾਰ ਮੰਗ ਰਹੇ ਹਾਂ ਸਰਕਾਰ ਤੋਂ ਕਿ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਸਿਹਤ ਕੇਂਦਰਾਂ ਦੇ ਵਿੱਚ ਜਿੱਥੇ ਜਾ ਕੇ ਅਸੀਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਦੇ ਸਕਦੇ ਹੋਈਏ, ਸਾਨੂੰ ਉੱਥੇ ਮੌਕਾ ਦਿੱਤਾ ਜਾਵੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ। ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀਆਂ ਵੀ ਸਰਕਾਰ ਦੀਆਂ ਸ਼ਰਤਾਂ ਰੱਖੀਆਂ ਵੱਖ-ਵੱਖ ਵਿਭਾਗਾਂ ਤੇ ਜਿਹੜੀ ਵੀ ਪੋਸਟ ਲਈ ਜਿਹੜੀ ਵੀ ਸ਼ਾਮਿਲੀ ਜੋ ਸ਼ਰਤਾਂ ਹੈਗੀਆਂ ਨਿਰਧਾਰਿਤ ਕੀਤੀਆਂ ਉਹ ਸਾਰੀਆਂ ਤੁਸੀਂ ਪੂਰੀਆਂ ਕਰਦੇ ਹੋ। ਜੀ ਸਰ, ਜੀ ਸਰ। ਤੁਸੀਂ ਥੋੜਾ ਦਰਸ਼ਕਾਂ ਨੂੰ ਇੱਕ ਸਾਂਝਾ ਕਰੋ ਕਿ ਤੁਸੀਂ 5 ਜਥੇਬੰਦੀਆਂ ਹੋਈਆਂ, ਅੱਜ 4 ਜਥੇਬੰਦੀਆਂ ਦੀ ਮੁੱਦਿਆਂ ਤੇ ਤੁਹਾਡੀ ਮੀਟਿੰਗ ਹੋਈ ਹੈ ਸਿੱਖਿਆ ਮੰਤਰੀ ਨਾਲ ਤੇ ਸਕੱਤਰ ਨਾਲ, ਉਹ ਕੀ ਹੋਈ ਅੱਜ? ਅਸਲ ਦੇ ਵਿੱਚ ਕਿਉਂਕਿ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ, ਸਿੱਖਿਆ ਨਾਲ ਸੰਬੰਧਿਤ 4 ਜਥੇਬੰਦੀਆਂ ਨੇ, ਡੀਪੀਪੀਟੀ, ਆਰਟ ਐਂਡ ਕਰਾਫਟ, ਬੀਐਡ ਟੈਟ ਪਾਸ, ਇਹਨਾਂ ਚਾਰੇ ਜਥੇਬੰਦੀਆਂ ਦੀ ਮੀਟਿੰਗ ਪਿਛਲੇ 15 ਅਗਸਤ ਨੂੰ ਜਦੋਂ ਸਿੱਖਿਆ ਮੰਤਰੀ ਸਾਹਿਬ ਸੰਗਰੂਰ ਜਾਂਦੇ ਆ ਤਾਂ ਉੱਥੇ ਘਰਾਓ ਕੀਤਾ ਜਾਂਦਾ, 3-4 ਘੰਟੇ ਉਹਨਾਂ ਨੂੰ ਬੰਦ ਰੱਖਿਆ ਜਾਂਦਾ ਹੈ। ਤਾਂ ਉੱਥੇ ਉਹਨਾਂ ਨੇ ਮੀਟਿੰਗ ਬੁਲਾਈ ਬੇਰੁਜ਼ਗਾਰਾਂ ਦੀ। ਜਿਹੜੀਆਂ ਸਾਡੀਆਂ ਮੰਗਾਂ ਪਿਛਲੇ 7 ਮਹੀਨੇ ਤੋਂ 8 ਮਹੀਨੇ ਤੋਂ ਲਗਾਤਾਰ ਅਸੀਂ ਰੱਖਦੇ ਆ ਰਹੇ ਹਾਂ, ਮੀਟਿੰਗਾਂ ਦੇ ਵਿੱਚ 20-25 ਮੀਟਿੰਗਾਂ ਹੋ ਚੁੱਕੀਆਂ, ਉਹਨਾਂ ਤੇ ਫਿਰ ਅਸੀਂ ਕਿਹਾ ਕਿ ਤੁਸੀਂ ਅੱਜ ਤੱਕ ਹਰੇਕ ਵਾਰ ਮੀਟਿੰਗ ਦੇ ਵਿੱਚ ਸਾਨੂੰ ਲਾਰਾ ਲਾ ਕੇ ਮੋੜਦੇ ਹੋ, ਕੋਈ ਵੀ ਮੰਗ ਸੰਬੰਧੀ ਤੁਸੀਂ ਸਪਸ਼ਟ ਅਨਾਉਂਸਮੈਂਟ ਨਹੀਂ ਕੀਤੀ ਅਜੇ ਤੱਕ, ਇਹਨਾਂ ਬਾਰੇ ਦੱਸੋ। ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ 18 ਤਰੀਕ ਨੂੰ ਚੰਡੀਗੜ੍ਹ ਤੁਸੀਂ ਸੈਕਟਰੀਏਟ ਆਓ, ਜਿੱਥੇ ਸਿੱਖਿਆ ਸਕੱਤਰ ਜੀ ਹੋਣਗੇ, ਮਹਿਕਮੇ ਦੇ ਵਿੱਚੋਂ ਤੁਹਾਡੇ ਵਾਸਤੇ ਕੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾ ਰਹੀ ਹੈ, ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊ। ਸਾਡੀਆਂ ਮੰਗਾਂ ਸੀਗੀਆਂ ਕਿ ਉਮਰ ਹੱਦ ਵਿਛੋੜ ਦਿੱਤੀ ਜਾਵੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 16 ਤਰੀਕ ਦੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡਾ ਏਜੰਡਾ ਲੈ ਕੇ ਗਏ ਸੀ, ਜਿਹਦੇ ਵਿੱਚੋਂ ਇੱਕ ਵਾਰ ਜਿਹੜਾ ਪੰਜਾਬ ਦੀ ਕੈਬਨਿਟ ਨੇ ਫੇਰ ਇਨਕਾਰ ਕਰ ਦਿੱਤਾ ਹੈ, ਕਿਉਂਕਿ ਇਹ ਮੰਗ ਤੁਹਾਡੀ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਹੈ, ਪਰੰਤੂ ਇਹਦੇ ਨਾਲ ਹੀ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਭਰਤੀ ਕਰਾਂਗੇ, ਸਾਰਿਆਂ ਦੇ ਵਿੱਚ ਸਾਨੂੰ ਜਰਨਲਾਈਜ਼ ਕਰਨੀ ਪੈਣੀ ਹੈ, ਤਾਂ ਕਰਕੇ ਇਹਦੇ ਤੇ ਸਹਿਮਤੀ ਨਹੀਂ ਬਣੀ ਹੈ। ਤੁਹਾਡੀ ਮੰਗ ਜੇ ਕੈਬਨਿਟ ਦੇ ਵਿੱਚ ਮਨਜ਼ੂਰ ਨਹੀਂ ਹੋਈ। ਸਾਡੀਆਂ ਮੰਗਾਂ ਸੀ ਡੀਪੀਪੀਟੀ ਦੀਆਂ, ਮੋਸਟਲੀ ਜਿਹੜੀ ਬੀਐਡ ਦੀ ਸਬਜੈਕਟਾਂ ਦੀ ਗੱਲ ਸੀ ਕਿ ਐਸਐਸ ਹਿੰਦੀ ਪੰਜਾਬੀ, ਜਿਨ੍ਹਾਂ ਨੇ ਸਮਾਜਿਕ ਸਿੱਖਿਆ ਪੜ੍ਹਾਉਣੀ ਹੈ, ਜਿਨ੍ਹਾਂ ਨੇ ਹਿੰਦੀ ਪੜ੍ਹਾਉਣੀ ਹੈ, ਜਿਨ੍ਹਾਂ ਨੇ ਪੰਜਾਬੀ ਪੜ੍ਹਾਉਣੀ ਹੈ, ਇਹਨਾਂ ਦੀਆਂ ਪੋਸਟਾਂ ਵੀ ਦਿੱਤੀਆਂ ਜਾਣ। ਮੈਥ, ਸਾਇੰਸ, ਇੰਗਲਿਸ਼ ਦੇ ਵਾਂਗ ਹੀ ਉਹਨਾਂ ਦੀਆਂ ਵੀ ਦਿੱਤੀਆਂ ਜਾਣ। ਸੰਸਕ੍ਰਿਤ ਦੇ ਵੀ ਕੈਂਡੀਡੇਟ ਬੈਠੇ ਨੇ, ਸਾਡੇ ਉਰਦੂ ਦੇ ਵੀ ਬੈਠੇ ਆ। ਇਹ ਸਾਡੀਆਂ ਮੰਗਾਂ ਸੀਗੀਆਂ ਤੇ ਸਰਕਾਰ ਨੇ ਸਾਨੂੰ 18 ਤਰੀਕ ਵਾਸਤੇ ਭਰੋਸਾ ਦਿੱਤਾ ਸੀ 15 ਤਰੀਕ ਦੀ ਮੀਟਿੰਗ ਦੇ ਵਿੱਚ ਕਿ ਚੰਡੀਗੜ੍ਹ ਤੁਹਾਨੂੰ ਸਾਰੀ ਡਿਟੇਲ ਦੱਸ ਦਿੱਤੀ ਜਾਊਗੀ ਕਿ ਕਿੰਨੀਆਂ ਪੋਸਟਾਂ ਪਰ ਸਬਜੈਕਟ ਦਿੱਤੀਆਂ ਜਾ ਰਹੀਆਂ ਨੇ। ਪਰੰਤੂ ਅੱਜ ਫੇਰ ਜਿਹੜਾ ਸਿੱਖਿਆ ਸਕੱਤਰ ਨੇ ਲਾਰਾ ਲਾਇਆ ਕਿ ਮੇਰੇ ਕੋਲੇ ਜਿਹੜਾ ਲੋੜੀਂਦੇ ਦੇ ਅੰਕੜੇ ਤਿਆਰ ਨਹੀਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਅੰਕੜੇ ਤਿਆਰ ਕਰਕੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਜਿਹੜੀਆਂ ਮੰਗਾਂ ਸੀ ਮਤਲਬ ਕਿ ਉਹ ਜਿਉਂ ਦੀ ਤਿਉਂ ਉੱਥੇ ਫਿਰ ਗੱਲ ਕਰੀਏ। ਮੰਗਾਂ ਜਿਉਂ ਦੀਆਂ ਤਿਉਂ ਰਹਿ ਗਈਆਂ ਤੇ ਜਿਹੜੀ ਗੱਲ ਮੰਗ ਹੋਣ ਦੀ ਪੂਰੀ ਹੋਣ ਦੀ ਸੰਭਾਵਨਾ ਸੀ, ਉਹ ਕਹਿੰਦੇ ਵੀ ਕੈਬਨਿਟ ਨੇ ਮਤਾ ਰਿਜੈਕਟ ਨਹੀਂ ਕਰਤਾ। ਜੀ ਸਰ। ਤੇ ਤੁਸੀਂ 20 ਮੀਟਿੰਗਾਂ ਦੀ ਗੱਲ ਕਰਦੇ ਹੋ ਤੇ ਪਿਛਲੀਆਂ ਮੀਟਿੰਗਾਂ 'ਚ ਵੀ ਇਹੀ ਗੱਲਾਂ ਹੁੰਦੀਆਂ ਸੀ। ਤਾਈਓ ਫਿਰ ਉਹ ਮੀਟਿੰਗਾਂ ਸਾਨੂੰ ਜਿਹੜੀਆਂ ਮੰਗਾਂ ਰਿਪੀਟ ਕਰਨੀਆਂ ਪੈਂਦੀਆਂ ਨੇ। ਅੱਜ ਵੀ ਸਿੱਖਿਆ ਮੰਤਰੀ ਨੇ ਕਿਹਾ, ਸਿੱਖਿਆ ਸਕੱਤਰ ਨੇ ਵਾਰ-ਵਾਰ ਕਿਹਾ ਕਿ ਇਹ ਮੰਗਾਂ ਤਾਂ ਤੁਸੀਂ ਪਿਛਲਿਆਂ ਤੋਂ ਰੱਖਦੇ ਆ ਰਹੇ ਹੋ ਜੀ। ਇੱਕ ਜਰਨਲ ਜੀ ਗੱਲ ਹੈ ਕਿ ਜੇਕਰ ਉਹਨਾਂ ਮੰਗਾਂ ਦੇ ਵਿੱਚੋਂ ਕੋਈ ਮੰਗ ਪੂਰੀ ਹੋਈ ਹੋਵੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੰਗਾਂ ਦੀ ਲਿਸਟ 'ਚੋਂ ਮੰਗ ਹਟਾ ਦਿੱਤੀ ਜਾਊਗੀ। ਜੇ ਸਾਡੀ ਮੰਗ ਹੋਵੇ ਕਿ ਸਾਨੂੰ ਤੁਸੀਂ ਉਮਰ ਹੱਦ ਵਿਛੋੜ ਦਿੱਤੀ ਜਾਵੇ, ਮੰਨ ਲਓ ਕਿ ਅੱਜ ਤੋਂ ਪਹਿਲਾਂ ਜਾਂ ਅੱਜ ਉਹ ਹਟਾ ਦਿੱਤੀ ਜਾਂਦੀ, ਸਾਨੂੰ ਪੂਰੀ ਕਰ ਦਿੱਤੀ ਜਾਂਦੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਮੰਗ ਕਿਉਂ ਰੱਖਦੇ? ਚਲੋ ਕਹਿਣ ਦਾ ਮਤਲਬ ਸਰਕਾਰ ਦਾ ਕਹਿਣਾ ਇਹ ਹੈ ਕਿ ਤੁਸੀਂ ਮੰਗਾਂ ਉਹੀ ਰਿਪੀਟ ਕਰਦੇ ਹੋ, ਤੁਹਾਡਾ ਤਰਕ ਕੀ ਹੈ ਕਿ ਤੁਸੀਂ ਪੂਰੀ ਕਰੋ, ਅਸੀਂ ਹਟਾ ਦਿੰਦੇ। ਬਿਲਕੁਲ ਜੀ, ਜੇ ਪੂਰੀਆਂ ਹੋਣ ਤਾਂ ਫਿਰ ਆਉਣ ਵਾਲੇ ਸਮੇਂ 'ਚ ਆਪਣੇ। ਪਰ ਇੱਕ ਗੱਲ ਹੋਰ ਵੀ ਹੈ, ਜਦੋਂ ਤੁਸੀਂ 1 ਤੋਂ ਬਾਅਦ 2 3 4 5 6 ਜਾਂ 10 ਤੱਕ ਗੱਲੋ 20 ਤੱਕ ਮੀਟਿੰਗ, ਅੱਜ 20ਵੀਂ ਦੇ ਕਰੀਬ ਮੀਟਿੰਗ ਸੀ ਮੇਰੇ ਹਿਸਾਬ ਨਾਲ ਤੁਹਾਡੀ, ਤੇ ਇੰਨੀਆਂ ਮੀਟਿੰਗਾਂ ਹੋ ਰਹੀਆਂ, ਜਦੋਂ ਕਿਸੇ ਮੀਟਿੰਗ 'ਚ ਸਿੱਟਾ ਹੀ ਨਹੀਂ ਨਿਕਲਦਾ ਤੇ ਫਿਰ ਹਰ ਵਾਰ ਮੀਟਿੰਗ ਹੀ ਕਿਉਂ? ਕਿਉਂਕਿ ਸਾਡੇ ਤੁਸੀਂ ਦੇਖਿਆ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਉਹਨਾਂ ਦੀ 11 ਮੀਟਿੰਗਾਂ ਉਹਨਾਂ ਦਾ ਮੀਟਿੰਗ, ਪਰ ਉੱਥੇ ਸਰਕਾਰ ਦਾ ਸਟੈਂਡ ਹੈ। ਸਰਕਾਰ ਕਹਿ ਰਹੀ ਹੈ ਕਿ ਇਨਡਾਇਰੈਕਟਲੀ ਤਾਂ ਉਹ ਕਹਿ ਰਹੀ ਹੈ ਵੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਪਰ ਇਨਡਾਇਰੈਕਟਲੀ ਕਹਿੰਦੇ ਵੀ ਤੁਸੀਂ ਸੋਧ ਕਰ ਲਓ। ਤੁਹਾਨੂੰ ਤਾਂ ਇਹ ਵੀ ਨਹੀਂ ਕਿਹਾ ਜਾ ਰਿਹਾ ਮੇਰੇ ਹਿਸਾਬ ਨਾਲ। ਸਾਨੂੰ ਕਿਉਂਕਿ ਸਾਨੂੰ ਇਸ ਗੱਲ ਦੀ ਆਸ ਰਹਿੰਦੀ ਹੈ, ਜਿਵੇਂ 15 ਤਰੀਕ ਨੂੰ ਸਾਨੂੰ ਭਰੋਸਾ ਦਿੱਤਾ ਗਿਆ, ਮੈਂ ਤੁਹਾਡੇ ਨਾਲ ਹੁਣੇ ਗੱਲ ਸਾਂਝੀ ਕੀਤੀ ਹੈ ਕਿ ਸਾਨੂੰ ਐਤਕੀ ਲੱਗਿਆ, ਹਰੇਕ ਮੀਟਿੰਗ 'ਚ ਇਹ ਲੱਗਦਾ ਕਿ ਉਮੀਦ ਲੱਗਦੀ ਹੈ। 15 ਤਰੀਕ ਨੂੰ ਸਾਨੂੰ ਕਿਹਾ ਕਿ ਤੁਹਾਡੀ ਪੋਸਟਾਂ ਦੀ ਗਿਣਤੀ ਵੀ ਦੱਸ ਦਿੱਤੀ ਜਾਊ, ਤੁਹਾਡੀ ਏਜ ਵਾਲਾ ਮਸਲਾ 16 ਤਰੀਕ ਦੀ ਕੈਬਨਿਟ ਮੀਟਿੰਗ ਦੇ ਵਿੱਚ ਹੱਲ ਕਰ ਦਿੱਤਾ ਜਾਊ। ਤਾਂ ਸਾਨੂੰ ਲੱਗਿਆ ਕਿ ਸ਼ਾਇਦ ਸਾਡੀ ਕੁਝ ਕੁ ਮੰਗਾਂ ਦੀ ਪੂਰਤੀ ਵੱਲ ਨੂੰ ਸਰਕਾਰ ਵਧ ਰਹੀ ਹੈ, ਤਾਂ ਕਰਕੇ ਇਸ ਵਾਸਤੇ ਅਸੀਂ ਦੁਬਾਰਾ। ਸਰਕਾਰ ਨੇ ਪਿਛਲੇ ਦਿਨ ਇੱਕ ਐਲਾਨ ਵੀ ਕੀਤਾ ਕੈਪਟਨ ਸਾਹਿਬ ਨੇ ਵੀ 60,000 ਦੇ ਕਰੀਬ ਅਸੀਂ ਅਸਾਮੀਆਂ ਭਰਨੀਆਂ, ਉਹਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹ ਫਿਰ ਕਿਹੜੀ ਅਸਾਮੀਆਂ ਦੀ ਗੱਲ? ਉਸ ਤੋਂ ਵੱਡੀ ਗੱਲ ਤਾਂ ਇੱਕ ਗੁਟਕਾ ਸਾਹਿਬ ਵਾਲੀ ਖੜੀ ਹੈ
ਕਿਉਂਕਿ ਇਹ ਤਾਂ ਜ਼ਬਾਨੀ ਕਲਾਮੀ ਕਿਹਾ ਹੈਗਾ ਕਿ ਅਸੀਂ 66,000 60,000 ਪੋਸਟਾਂ ਭਰਤੀ ਕਰਾਂਗੇ ਜਾਂ ਕੱਚੇ ਕਾਮਿਆਂ ਨੂੰ 66,000 ਨੂੰ ਅਸੀਂ ਪੱਕੇ ਕਰਾਂਗੇ। ਹੋਰ ਵੀ ਕਾਫੀ ਕੁਝ ਕੈਬਨਿਟ ਦੇ ਵਿੱਚ ਵੀ ਕੁਝ ਨਾ ਇਸ ਤਰੀਕੇ ਦੇ ਨਾਲ ਮਤਲਬ ਪੁਰਾਣੀ ਸ਼ਰਾਬ ਨਵੀਂ ਬੋਤਲ ਵਿੱਚ ਪਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਤਰੀਕੇ ਦੇ ਨਾਲ ਪੇਸ਼ ਕੀਤਾ। ਪਰ ਦੂਜੇ ਪਾਸੇ ਗੁਟਕਾ ਸਾਹਿਬ ਵਾਲੀ ਗੱਲ ਖੜੀ ਹੈ ਅਜੇ ਤੱਕ। ਕਿੱਡੀ ਵੱਡੀ ਗੱਲ ਸੀ ਕਿ ਪੰਜਾਬ ਦੀ ਇੱਕ ਆਸਥਾ ਹੈ ਕਿ ਸਾਡੇ ਸਿੱਖ ਧਰਮ ਦੀ ਆਸਥਾ ਹੈ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੇ ਮੁੱਖ ਮੰਤਰੀ ਨੇ ਵਾਅਦੇ ਕੀਤੇ ਹੁਣ ਉਹ ਜਿਉਂ ਦੀ ਤਿਉਂ ਲਟਕਦੇ ਨੇ ਤੇ ਲੋਕ ਅਜੇ ਵੀ ਇਸ ਗੱਲ ਤੇ ਆਸਵੰਦ ਹੈ ਕਿ ਸ਼ਾਇਦ ਆਖਰੀ ਸਾਲ ਦੇ ਵਿੱਚ ਪੂਰੇ ਹੋਣ। ਸਾਨੂੰ ਵੀ ਇਹ ਗੱਲ ਲੱਗਦੀ ਹੈ। ਤੁਹਾਡੀ ਗੱਲ ਠੀਕ ਹੈ, ਪਰ ਜੇ ਆਪਾਂ ਉਸੇ ਅਧਿਆਤਮ ਨੂੰ ਸੋਚ ਕੇ ਗੱਲ ਕਰੀਏ, ਗੁਟਕਾ ਸਾਹਿਬ ਗੁਰੂ ਸਾਹਿਬ ਦੀ ਗੱਲ ਕਰੀਏ, ਤਾਂ ਉਹ ਮੇਰੇ ਹਿਸਾਬ ਨਾਲ ਕਾਂਗਰਸ ਉਹ ਭੁਗਤ ਵੀ ਰਹੀ ਹੈ ਜੇ ਉਹਨਾਂ ਨੇ ਉਹ ਇਸ ਤਰ੍ਹਾਂ ਕੀਤਾ, ਜਾਂ ਉਸ ਗੱਲ ਬੇਅਦਬੀ ਵਾਲਾ ਮਾਮਲਾ ਹੀ ਹੈ। ਜੇ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਗੱਲ ਕਰ ਦਈਏ, ਪਹਿਲਾਂ ਸੋਚ ਸਮਝ ਕੇ ਕਰੀਏ, ਮੁੜ ਕੇ ਮੁੱਕਰੀ ਜਾਈਏ, ਮੁੱਕਰਨ ਵਾਲਾ ਕੰਮ ਨਹੀਂ ਹੈ। ਹੁਣ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਡਾ 8 ਮਹੀਨੇ ਤੋਂ ਸੰਘਰਸ਼ 8ਵਾਂ ਮਹੀਨੇ ਪੂਰੇ ਹੋਣ ਵਾਲੇ ਨੇ, ਤੇ ਨੈਕਸਟ ਸਟੈਪ ਕੀ ਹੋਊਗਾ? ਅੱਜ ਫਿਰ ਤੁਹਾਨੂੰ ਉਸ ਤਰ੍ਹਾਂ ਮੋੜਤਾ, ਹੁਣ ਕੀ ਕਿਹਾ ਤੁਹਾਨੂੰ? ਅਗਲੀ ਮੀਟਿੰਗ ਦਾ ਟਾਈਮ ਸਮਾਂ ਦਿੱਤਾ, ਜਲਦੀ ਦਾ ਭਰੋਸਾ ਦਿੱਤਾ ਹੈ ਕਿ ਜਲਦੀ ਮੀਟਿੰਗ ਕਰਾਂਗੇ। ਅਸੀਂ ਕਿਤੇ ਨਾ ਕਿਤੇ ਗੱਲ ਮੰਨ ਕੇ ਵੀ ਚੱਲੇ ਸੀ ਕਿ ਇਹ ਮੀਟਿੰਗ ਪਿਛਲੀਆਂ ਮੀਟਿੰਗਾਂ ਦੇ ਵਾਂਗ ਲਾਰਾ ਵੀ ਹੋ ਸਕਦੀ ਹੈ। ਅਸੀਂ ਟੋਟਲੀ 100% ਅਸੀਂ ਇਸ ਤੇ ਨਿਰਭਰ ਨਹੀਂ ਸੀ, ਤਾਂ ਕਰਕੇ ਅਸੀਂ ਪੈਰਲਰ ਜਦੋਂ ਵੀ ਸਿੱਖਿਆ ਮੰਤਰੀ ਆਪਣੇ ਹਲਕੇ ਦੇ ਵਿੱਚ ਜਾਂਦੇ ਆ, ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਇਸ ਗੱਲ ਤੇ ਗਰਾਊਂਡ ਬਣਾਇਆ ਉਹਦੇ ਵਿਧਾਨ ਸਭਾ ਹਲਕੇ ਦੇ ਵਿੱਚ ਕਿ ਇਹ ਮਾਨਯੋਗ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ ਪਹਿਲਾਂ ਉਹ ਸ਼ਖਸੀਅਤ ਨੇ ਪਿਛਲੀਆਂ ਸਰਕਾਰਾਂ ਸਮੇਂ ਜੋ ਵੀ ਵਾਪਰਦਾ ਰਿਹਾ, ਤੇ ਅੱਜ ਇਸ ਤੋਂ ਨਵੀਂ ਗੱਲ ਇਹਨੇ ਇਹ ਐਡ ਕਰਤੀ ਕਿ ਇਹ ਤਾਂ ਗਾਲਾਂ ਵੀ ਕੱਢਦੇ ਆ, ਤੇ ਉਹ ਗਾਲਾਂ ਦੀ ਗੱਲਬਾਤ, ਗਾਲਾਂ ਦੀ ਵੀਡੀਓਜ਼, ਗਾਲਾਂ ਦਾ ਸਾਰੀ ਡਿਟੇਲ ਪਿੰਡਾਂ 'ਚ ਲੋਕਾਂ ਨੂੰ ਜਾ ਕੇ ਦੱਸੀ ਹੈ, ਤੇ ਕੰਧਾਂ ਤੇ ਨਾਅਰੇ ਵੀ ਲਿਖੇ ਇਸ ਨਾਲ ਸੰਬੰਧਿਤ ਕਿ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਅਸਲ ਦੇ ਵਿੱਚ ਗਾਲਾਂ ਕੱਢਣ ਵਾਲੇ ਮੰਤਰੀ ਨੇ। ਤੇ ਹੁਣ ਜਦੋਂ ਕਿਸੇ ਵੀ ਸਮਾਗਮ ਦੇ ਵਿੱਚ ਜਾਂਦੇ ਆ ਤਾਂ ਪਹਿਲਾਂ ਅਸੀਂ ਆਪਣੀ ਬੇਨਤੀ ਲੈ ਕੇ ਪਹੁੰਚ ਜਾਂਦੇ ਆ, ਤੇ ਪੁਲਿਸ ਨੂੰ ਹੁੰਦਾ ਹੈ ਕਿ ਬੇਰੁਜ਼ਗਾਰ ਆ ਗਏ, ਮੁਰਦਾਬਾਦ ਕਰਨਗੇ, ਪ੍ਰਦਰਸ਼ਨ ਕਰਨਗੇ, ਤਾਂ ਉਹ ਚੱਕ ਕੇ ਸਾਨੂੰ ਥਾਣਿਆਂ 'ਚ ਲੈ ਜਾਂਦੀ ਹੈ। ਜਦੋਂ ਥਾਣਿਆਂ 'ਚ ਜਾਂਦੀ ਹੈ ਤਾਂ ਲੋਕਾਂ 'ਚ ਇਸ ਗੱਲ ਦੀ ਬੜੀ ਥੂ-ਥੂ ਹੁੰਦੀ ਹੈ ਕਿ ਜਿਹੜੇ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ, ਜਿਹੜੇ ਅਧਿਆਪਕ ਸਕੂਲਾਂ 'ਚ ਹੋਣੇ ਚਾਹੀਦੇ ਹੈ, ਉਹ ਸੜਕਾਂ ਤੇ ਰੁਲ ਰਹੇ ਨੇ, ਤੇ ਸਰਕਾਰ ਉਹਨਾਂ ਨੂੰ ਖਿੱਚ-ਤੂ ਕਰਕੇ, ਕੁੱਟਮਾਰ ਕਰਕੇ, ਕੱਪੜੇ ਪਾੜ ਕੇ, ਵਿਭਤ ਕਰਕੇ ਥਾਣਿਆਂ 'ਚ ਡੱਕ ਰਹੀ ਹੈ, ਤੇ ਫਿਰ ਸਰਕਾਰ ਭੁਗਤ ਵੀ ਰਹੀ ਹੈ ਇਸ ਦਾ, ਤੇ ਅਸੀਂ ਇਸ ਗੱਲ ਵਾਸਤੇ ਤਿਆਰ ਵੀ ਹਾਂ। ਜਿਹੜਾ ਮਾਹੌਲ ਬਣਿਆ ਹੋਇਆ ਲੱਗਦਾ ਕਿ ਕਾਂਗਰਸ ਜਿਹੜੀ ਸੱਤਾ 'ਚ ਬੈਠੀ ਹੈ ਕਿ ਆਉਣ ਵਾਲੇ ਚੋਣਾਂ ਦੇ ਬਾਅਦ ਸ਼ਾਇਦ ਇਹਨਾਂ ਗੱਲਾਂ ਦਾ ਖਾਮਿਆਜ਼ਾ ਉਹਨਾਂ ਨੂੰ ਪੱਕੇ ਤੌਰ ਤੇ ਭੁਗਤਣਾ ਹੀ ਪੈਣਾ ਹੈ। ਪਰ ਗੱਲ ਹੁਣ ਇਹ ਹੈ ਕਿ ਤੁਸੀਂ ਹੁਣ ਤੁਹਾਨੂੰ ਫਿਰ ਲਾਰਾ ਦਾਤਾ, ਅਗਲੀ ਮੀਟਿੰਗ ਦਾ ਸਮਾਂ ਤੁਹਾਨੂੰ ਫੋਨ ਤੇ ਦੱਸਣਗੇ ਉਹ? ਸ਼ਾਇਦ ਪਹਿਲਾਂ ਕਿਵੇਂ ਦੱਸਦੇ ਸੀ? ਪਹਿਲਾਂ ਤਾਂ ਇਹ ਹੈ ਵੀ ਜਦੋਂ ਕਿਤੇ ਮੰਤਰੀ ਜਾਂਦਾ ਉੱਥੇ ਘੇਰਨਾ ਪੈਂਦਾ ਸਾਨੂੰ। ਅੱਛਾ, ਤੁਸੀਂ ਘੇਰ ਕੇ ਫਿਰ ਉਹ ਗੱਲ ਕਰਨੇ ਆ ਸਾਡੇ ਨਾਲ, ਤੇ ਫਿਰ ਅਸੀਂ ਕਹਿੰਦੇ ਵੀ ਗੱਲ ਕਰੋ। ਉਹ ਕਹਿੰਦੇ ਵੀ ਚੰਗਾ ਅੱਜ ਤਾਂ ਨਹੀਂ ਇਹਦੇ ਸੰਬੰਧੀ ਗੱਲ ਹੋ ਸਕਦੀ ਕਿਉਂਕਿ ਸਿੱਖਿਆ ਸਕੱਤਰ ਜਾਂ ਲੋੜੀ ਦਾ ਅਮਲਾ ਚਲੋ ਕਿਤੇ ਨਾ ਕਿਤੇ ਹੋ ਜਾਂਦਾ, ਚੰਡੀਗੜ੍ਹ ਆਓ, ਲੋੜੀ ਦਾ ਜਿਹੜਾ ਅਮਲਾ ਹੈ ਨਹੀਂਗਾ, ਜਾਂ ਕਈ ਵਾਰੀ ਬਹਾਨੇ ਬਣਾਏ ਜਾਂਦੇ ਸੀ, ਅੱਜ ਤਾਂ ਦੋਨੇ ਸੀਗੇ ਜੀ। ਨਾਲੇ ਕਿ ਇੱਕ ਗੱਲ ਹੋਰ ਵੀ ਹੈ, ਤੁਹਾਨੂੰ ਵੀ ਪਤਾ ਵਿਜੇਂਦਰ ਸਿੰਗਲਾ ਜੀ ਕੈਪਟਨ ਸਾਹਿਬ ਦੇ ਬੜੇ ਨੇੜੇ ਨੇ ਜੀ, ਤੇ ਪਹਿਲੀ ਵਾਰੀ ਬੜੇ ਨੇ, ਪਹਿਲੀ ਵਾਰੀ ਐਡਾ ਵੱਡਾ ਉਹਨਾਂ ਨੂੰ ਦੇਤਾ ਉਹ ਸਾਰਾ ਕੁਝ। ਉਹ ਤਾਂ ਇਹਨਾਂ ਦੀ ਕਾਂਗਰਸ ਦੇਖਦਾ ਹੈ, ਚਲੋ ਉਹਨਾਂ ਦਾ ਅੰਦਰ ਵੀ ਵਿਰੋਧ ਹੈ, ਤੇ ਜਦੋਂ ਕੈਪਟਨ ਸਾਹਿਬ ਦੇ ਨੇੜੇ ਨੇ ਤੇ ਫਿਰ ਤਾਂ ਮੇਰੇ ਹਿਸਾਬ ਨਾਲ ਕੈਪਟਨ ਸਾਹਿਬ ਤੋਂ ਵੱਡੀ ਪਾਵਰ ਦਾ ਕੋਈ ਹੈ ਹੀ ਨਹੀਂ ਕਿ ਸਰਕਾਰ ਦੀ ਨੀਅਤ ਨਹੀਂ, ਜਾਂ ਜਿਹੜੀ ਨੀਤੀ ਹੈ ਉਹਦੇ 'ਚ ਤੁਹਾਡਾ ਹੱਲ ਹੀ ਹੈ ਨਹੀਂਗਾ। ਅਸਲ 'ਚ ਜਦੋਂ ਚੋਣ ਵਾਅਦੇ ਕੀਤੇ ਆ ਇਹਨਾਂ ਨੇ, ਉਹ ਚੋਣ ਵਾਅਦਿਆਂ 'ਚ ਉਸ ਹਿਸਾਬ ਨਾਲ ਕੀਤਾ ਗਿਆ ਕਿ ਜਿਹੜਾ ਵੀ ਲੋਕ ਕੁਝ ਕਹਿੰਦੇ ਆ, ਜਿਵੇਂ ਹੁਣ ਮੈਂ ਕਹਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਜੇ ਫਲਾਨੀ ਪਾਰਟੀ ਕੋਈ ਪਾਰਟੀ ਕਵੇ ਕਿ ਅਸੀਂ ਇੰਨੇ ਹਜ਼ਾਰ ਇਹ ਕਰ ਦਾਂਗੇ, ਇਹ ਕਰ ਦਾਂਗੇ, ਜਿਹੜਾ ਕਿ ਚੰਦ ਤੋੜ ਲਿਆਵਾਂਗੇ, ਅਸੀਂ ਤਾਰੇ ਤੋੜ ਲਿਆਵਾਂਗੇ, ਜੇ ਉਹ ਕੀਤਾ ਤੇ ਉਹ ਸਾਡੇ ਨਾਲ ਚੋਣ ਵਾਅਦਿਆਂ ਦੀ ਗੱਲ ਹੀ ਕਰ ਰਿਹਾ ਮੈਂ। ਤੁਹਾਡੇ ਤੋਂ ਥੋੜਾ ਜਿਹਾ ਸਟੀਕ ਜਵਾਬ ਚਾਹੁੰਦਾ ਹਾਂ ਕਿ ਦੁਬਾਰਾ ਸੁਣੋ, ਸਰਕਾਰ ਦੀ ਨੀਅਤ ਨਹੀਂ ਜਾਂ ਜਿਹੜੀ ਸਿੱਖਿਆ ਨੀਤੀ ਹੈ ਉਹਦੇ 'ਚ ਤੁਹਾਡੇ ਲਈ ਸਥਾਨ ਨਹੀਂ? ਅਸਲ ਦੇ ਵਿੱਚ ਨੀਅਤ ਨਹੀਂ ਹੈ, ਕਾਰਨ ਕਿਉਂਕਿ ਨੀਅਤ ਇਹ ਨਹੀਂ ਕਿ ਸਰਕਾਰ ਲਗਾਤਾਰ ਇਹਨਾਂ ਸੰਸਥਾਵਾਂ ਨੂੰ ਖਤਮ ਕਰਕੇ ਨਿੱਜੀ ਹੱਥਾਂ ਵਿੱਚ ਦੇਣ ਦੇ ਰਾਹ ਤੁਰੀ ਹੈ ਕਿ ਸਰਕਾਰੀ ਜਿੱਥੇ ਸਰਕਾਰ ਨੂੰ ਕੁਝ ਇਨਵੈਸਟ ਕਰਨਾ ਪੈਂਦਾ ਲੋਕ ਭਲਾਈ ਦੇ ਵਾਸਤੇ, ਉਹ ਮਹਿਕਮੇ ਖਤਮ ਕਰ ਦਿਓ। ਜਿੱਥੇ ਬੇਰੁਜ਼ਗਾਰ, ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹ ਕੇ ਸਹੂਲਤਾਂ ਲੈ ਸਕਣ, ਅਧਿਆਪਕ ਮਿਲ ਸਕਣ, ਉਹ ਸਾਰਾ ਢਾਂਚਾ ਖਤਮ ਕਰਨ ਦੇ ਰਾਹ ਤੇ ਨੇ। ਜਿਵੇਂ ਜਿਹੜੇ IMF ਤੋਂ ਜਿੱਥੋਂ ਕਿਤੇ ਫੰਡ ਲੈਂਦੇ ਆ, ਜਿੱਥੇ ਵਰਲਡ ਬੈਂਕ ਤੋਂ ਫੰਡ ਲੈਂਦੇ ਆ, ਤੇ ਉੱਥੇ ਨਾਲ ਦੀ ਨਾਲ ਇਹ ਹਦਾਇਤਾਂ ਵੀ ਹੁੰਦੀਆਂ ਨੇ ਕਿ ਤੁਸੀਂ ਲੋਕ ਭਲਾਈ ਦੇ ਕਾਰਜਾਂ ਨੂੰ ਲਗਾਤਾਰ ਸੰਕੋਚਣਾ ਸ਼ੁਰੂ ਕਰੋ, ਤੇ ਤਾਂ ਕਰਕੇ ਸਰਕਾਰ ਲਗਾਤਾਰ ਹੱਥ ਖਿੱਚ ਰਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਖਤਮ ਕੀਤਾ ਜਾਵੇ। ਇਹਨੂੰ ਪ੍ਰਾਈਵੇਟ ਕੰਪਨੀਆਂ 'ਚ ਕੁਝ ਪਹਿਲ ਵੀ ਕੀਤੀ ਸੀ, ਭਾਰਤੀ ਏਅਰਟੈਲ ਫਾਊਂਡੇਸ਼ਨ ਕੰਪਨੀ ਨੂੰ ਜਾਂ ਹੋਰ ਨੂੰ ਕਈ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਿਛਲੇ ਸਮਿਆਂ ਦੇ ਵਿੱਚ, ਜਿਹਦਾ ਵਿਰੋਧ ਹੋਇਆ, ਕੁਝ ਸਮਾਂ ਰੁਕਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਪਾਲਿਸੀ ਇਦਾਂ ਦੀ ਹੈ ਕਿ ਲੋਕਾਂ ਦਾ ਮੋਹ ਭੰਗ ਹੋਵੇ, ਜਿਵੇਂ ਮੁਫਤ ਵਸਤਾਂ ਪ੍ਰਣਾਲੀ ਨਿੱਜੀਕਰਨ ਵਾਲੇ ਪਾਸੇ ਨੂੰ ਲਿਜਾਣਾ ਚਾਹੁੰਦੀ ਹੈ। ਚਲੋ ਇੱਕ ਤਾਂ ਇਹ ਗੱਲ, ਹੁਣ ਤੁਹਾਨੂੰ ਕੀ ਲੱਗਦਾ ਹੈ, ਹੁਣ ਤੁਸੀਂ ਉਹ ਸਾਰੇ ਲੋਕਤੰਤਰਕ ਤਰੀਕੇ ਵਰਤ ਰਹੇ ਹੋ ਕਿਉਂਕਿ ਚੋਣਾਂ ਨੇੜੇ ਨੇ, ਹੁਣ ਤੁਹਾਡਾ ਅਗਲਾ ਸਟੈਪ ਕੀ ਰਹੇਗਾ?
ਉਹਨਾਂ ਨੇ ਤਾਂ ਫਿਰ ਤੁਹਾਨੂੰ ਲਾਰਾ ਲਾਤਾ। ਹਰੇਕ ਥਾਂ ਤੇ ਘੇਰਾਂਗੇ, ਘਰਾਓ ਕਰ ਰਹੇ ਹਾਂ ਹਰੇਕ ਥਾਂ ਤੇ। ਉਹੀ ਵਾਅਦੇ ਜਿਹੜੇ ਉਹਨਾਂ ਨੇ ਚੋਣਾਂ ਵੇਲੇ ਕੀਤੇ ਸੀ, ਜਦੋਂ ਲੋਕਾਂ ਦੀ ਕਚਹਿਰੀ ਵਿੱਚ ਖੜ ਕੇ ਪੇਸ਼ ਕਰਾਂਗੇ ਕਿ ਜਿਹੜੀ ਅਸੀਂ ਇਹਨਾਂ ਕੋਲੋਂ ਮੰਗ ਕਰ ਰਹੇ ਹਾਂ, ਜੇ ਸਾਡੀ ਮੰਗ ਗੈਰ ਵਾਜਬ ਹੈ ਤਾਂ ਅਸੀਂ ਆਪਣੀ ਮੰਗ ਕਰਨੀ ਛੱਡ ਦਿੰਦੇ ਹਾਂ। ਸਾਡੀ ਮੰਗ ਉਹ ਹੈ ਜਿਹੜਾ ਇਹਨਾਂ ਨੇ ਘਰ ਘਰ ਰੁਜ਼ਗਾਰ ਕਿਹਾ ਸੀ। ਪੰਜਾਬ ਦੇ ਵਿੱਚ ਕਿੱਥੇ 13,000 ਦੇ ਕਰੀਬ ਪਿੰਡ ਬਣਦੇ ਨੇ, ਕਿੱਥੇ 13,000 ਲੋਕਾਂ ਨੂੰ ਘਰ ਘਰ ਦੇ ਵਿੱਚ ਰੁਜ਼ਗਾਰ ਦਿੱਤਾ। ਇਹਨਾਂ ਪਿੰਡਾਂ ਦੀ ਆਬਾਦੀ ਅੱਗੇ ਕੈਲਕੂਲੇਟ ਕਰਕੇ ਦੇਖੀਏ, ਸਾਨੂੰ ਉਹ ਵਾਅਦਾ ਨਹੀਂ ਪੂਰਾ ਕੀਤਾ। ਸਾਨੂੰ ਰੁਜ਼ਗਾਰ ਨਹੀਂ ਦੇਣਾ, ਇਹਨਾਂ ਨੇ ਚੋਣ ਵਾਅਦਾ ਕੀਤਾ ਸੀ ਘਰ ਘਰ ਜਦੋਂ ਤੱਕ ਰੁਜ਼ਗਾਰ ਨਹੀਂ, ਬੇਰੁਜ਼ਗਾਰੀ ਭੱਤਾ ਦੇਵਾਂਗੇ 2500 ਰੁਪਈਆ, ਕਿਹਨੂੰ ਦਿੱਤਾ? ਉਦੋਂ ਤਾਂ ਮਿਸਰਿੰਗ ਵੀ ਆਉਂਦੀ ਸੀਗੀ, ਫਿਰ ਜਾ ਕੇ ਫਾਰਮ ਵੀ ਭਰੇ ਜਾਂਦੇ ਸੀ। ਇਸ ਤਰ੍ਹਾਂ ਪਿੰਡਾਂ 'ਚ ਕਾਂਗਰਸ ਦੇ ਜਿਹੜਾ ਵਰਕਰਾਂ ਨੇ ਘਰ ਘਰ ਜਾ ਕੇ ਬੇਰੁਜ਼ਗਾਰਾਂ ਦੇ ਫਾਰਮ ਭਰੇ ਸੀ, ਉਹ ਲੋਕ ਅੱਜ ਵੀ ਫਾਰਮ ਲੈ ਕੇ ਮਗਰ ਮਾਰ ਗਏ ਉਹਨਾਂ ਲੋਕਾਂ ਦੇ ਫਿਰਦੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਸਾਡੇ ਫਾਰਮ ਭਰਾਏ ਸੀ ਤੇ ਸਾਨੂੰ ਨੌਕਰੀ ਕਿੱਥੇ ਦੇ ਦਿਓ, ਉਹ ਮੰਗ ਕਰਦੇ ਫਿਰਦੇ। ਚਲੋ, ਯਾਨੀ ਕਿ ਸਰਕਾਰ ਦੀ ਨੀਅਤ ਨਹੀਂ ਹੈ, ਉਹਦਾ ਮਨਸ਼ਾ ਕੀ ਹੈ ਇਹ ਤਾਂ ਸਰਕਾਰ ਹੀ ਜਾਣਦੀ ਹੈ, ਤੇ ਜਾਂ ਜਿਹੜੇ ਤੁਸੀਂ ਭੁਗਤ ਰਹੇ ਹੋ ਤੁਸੀਂ ਜਾਣਦੇ ਹੋ, ਨਜਿੱਠ ਰਹੇ ਹੋ ਇਸ ਸਿਸਟਮ ਨਾਲ। ਤੇ ਹੁਣ ਗੱਲ ਇਹ ਹੈ ਕਿ ਤੁਹਾਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਬਿਲਕੁਲ ਖਤਮ? ਨਹੀਂ ਜੀ, ਬਿਲਕੁਲ ਨਹੀਂ। ਅਸੀਂ ਲੜਾਂਗੇ, ਤੁਸੀਂ ਕਹਿੰਦੇ ਨੀਅਤ ਖੋਹਾਂਗੇ, ਸੰਘਰਸ਼ ਤਾਂ ਬਦਲਾਂਗੇ ਉਹਨਾਂ ਨੂੰ ਬਦਲਣੀ ਪੈਣੀ ਆਪਣੀ ਨੀਅਤ। ਉਹਨਾਂ ਨੂੰ ਪਤਾ ਹੈ ਕਿ ਜਦੋਂ ਲੋਕਾਂ 'ਚ ਲੈ ਕੇ ਜਾਵਾਂਗੇ ਤੇ ਲੋਕਾਂ ਨੇ ਵਿਰੋਧ ਕਰਨਾ, ਕਿਉਂਕਿ ਇੱਕ ਕਿਸੇ ਲੋਕਤੰਤਰ ਤਰੀਕੇ ਵਿੱਚ ਸਰਕਾਰ ਬਣਨ ਦੀ ਕੋਸ਼ਿਸ਼ ਕਰਨ ਵਾਲੇ ਹਰੇਕ ਉਮੀਦਵਾਰ ਦੇ ਮਨ ਵਿੱਚ ਵੋਟਰਾਂ ਤੇ ਨਿਰਭਰ ਕਰਦਾ ਹੈ। ਤੇ ਜਦੋਂ ਅਸੀਂ ਵੋਟ ਬਿਹੇਵੀਅਰ ਚੇਂਜ ਕਰਾਂਗੇ, ਲੋਕਾਂ ਨੂੰ ਦੱਸਾਂਗੇ ਕਿ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੀ, ਯਾਨੀ ਕਿ ਜਿਸ ਆਧਾਰ ਤੇ ਸਰਕਾਰ ਦੁਬਾਰਾ ਆਉਂਦੀ ਹੈ ਤੁਸੀਂ ਲੋਕਾਂ ਨੂੰ ਜਾਗਰੂਕ ਕਰੋਗੇ। ਪਰ ਇੱਕ ਗੱਲ ਹੋਰ ਵੀ ਹੈ ਤੁਹਾਡੇ ਕੋਲੇ ਮੇਰੇ ਹਿਸਾਬ ਨਾਲ ਆਪਸ਼ਨ ਹੈਗੀ ਹੈ ਕਿ ਸਿੱਧੂ ਸਾਹਿਬ ਬੜਾ ਕਹਿ ਰਹੇ ਨੇ ਕਿ ਸਿਸਟਮ ਨੂੰ ਖਰਾਬ ਕੀਤਾ, ਹੁਣ ਮੇਰੇ ਕੋਲ ਕਮਾਂਡ ਆ ਗਈ ਤੇ 18 ਨੁਕਾਤੀ ਏਜੰਡਾ ਲੈ ਕੇ ਚੱਲੇ ਨੇ, ਹੁਣ 5 ਨੁਕਾਤੀ ਕਹਿ ਆਏ ਉਹ, ਤੇ ਤੁਸੀਂ ਸਿੱਧੂ ਸਾਹਿਬ ਨੂੰ ਮਿਲਣ ਦੀ ਸੰਭਾਵਨਾ ਨਹੀਂ, ਆਸ ਨਹੀਂ ਰੱਖਦੇ? ਗੰਗਾਧਰ ਸ਼ਕਤੀਮਾਨ ਹੈ, ਗੰਗਾਧਾਰੀ ਸ਼ਕਤੀਮਾਨ ਹੈ, ਸ਼ਕਤੀਮਾਨ ਵੀ ਹੋਈ ਹੈ, ਇੱਕੋ ਹੀ ਕਰੈਕਟਰ, ਭਾਵੇਂ ਉਹ ਕੈਪਟਨ ਹੈ, ਭਾਵੇਂ ਪਹਿਲੇ ਪ੍ਰਧਾਨ ਰਹੇ ਹੁਣ ਕਾਂਗਰਸ ਦੇ। ਅਸਲ ਦੇ ਵਿੱਚ ਜਿਵੇਂ ਪਹਿਲਾਂ ਇਹ ਲੈ ਕੇ ਆਂਦਾ ਕਿ ਕੈਪਟਨ ਬਹੁਤ ਵਧੀਆ ਰੱਜਿਆ ਅਮੀਰ ਘਰਾਣੇ ਦਾ ਵਿਅਕਤੀ ਹੈ, ਇਹਨੂੰ ਸੀਐਮ ਬਣਾਓ ਪੰਜਾਬ ਦਾ, ਪਿਛਲੇ ਖਜ਼ਾਨਾ ਲੁੱਟ ਕੇ ਖਾ ਗਏ ਤੇ ਇਹ ਪੰਜਾਬ ਦੇ ਲੋਕਾਂ ਦਾ ਭਲਾ। ਚਲੋ, ਇਹ ਤਾਂ ਥੋੜੀਆਂ ਸਿਆਸੀ ਗੱਲਾਂ ਹੋ ਗਈਆਂ। ਮੇਰਾ ਤਾਂ ਸਟੀਕ ਜੀ ਗੱਲ ਇਹ ਹੈ, ਸਾਨੂੰ ਨਹੀਂ ਲੱਗਦੀ ਕੋਈ ਸਿੱਧੂ ਵੀ ਪੰਜਾਬ ਦੇ ਭਲੇ ਦੀ ਗੱਲ ਕਰਦਾ। ਗੱਲ ਸੁਣੋ ਕਿ ਸਿੱਧੂ ਨੂੰ ਇਸੇ ਲਈ ਪ੍ਰਧਾਨ ਬਣਾਇਆ ਗਿਆ, ਹਾਈ ਕਮਾਂਡ ਨੇ ਜਾਂ ਲੋਕਾਂ 'ਚ ਵੀ ਗੱਲ ਪ੍ਰਚਾਰੀ ਗਈ ਹੈ ਵੀ ਇਹ ਲੋਕਾਂ ਦੀ ਗੱਲ ਸੁਣਨਗੇ। ਕੈਪਟਨ ਦੀ ਸਰਕਾਰ ਨੇ 4.5 ਸਾਲਾਂ ਦੇ ਵਿੱਚ ਕੀਤਿਆਂ ਵਾਅਦਿਆਂ 'ਚ ਕੁਝ ਨਹੀਂ ਕੀਤਾ, ਕੁਝ ਵਾਅਦੇ ਉਹਨਾਂ ਨੂੰ ਕਹੇ ਗਿਆ। ਤੁਸੀਂ ਕੀ ਸਿੱਧੂ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਦੇ? 10 ਦਿਨ ਪਹਿਲੇ ਅਸੀਂ ਫਰੀਦਕੋਟ ਦੇ ਵਿੱਚ ਮਿਲੇ ਹਾਂ ਨਵਜੋਤ ਸਿੰਘ ਜੀ ਸਿੱਧੂ, ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ। ਜਦੋਂ ਫਰੀਦਕੋਟ ਦੇ ਵਿੱਚ ਜਾਂਦੇ ਆ, ਅਸੀਂ ਕਿਹਾ ਜਾਂ ਸਾਨੂੰ ਬੈਠ ਕੇ ਗੱਲ ਕਰਨ ਜਾਂ ਅਸੀਂ ਘਰਾਓ ਕਰਾਂਗੇ। ਸਾਨੂੰ ਬੈਠ ਕੇ ਮਿਲੇ ਆ, 2-4 ਮਿੰਟ ਗੱਲਬਾਤ ਹੋਈ ਤੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਬਹੁਤ ਜਲਦੀ ਤੁਹਾਨੂੰ ਚੰਡੀਗੜ੍ਹ ਦਫ਼ਤਰ ਦੇ ਵਿੱਚ ਬੁਲਾਇਆ ਜਾਊ। ਸਾਡਾ ਮੰਗ ਪੱਤਰ ਲਿੱਤਾ, ਮੰਗ ਪੱਤਰ ਦੇ ਵਿੱਚ ਬਕਾਇਦਾ ਸਾਰਿਆਂ ਦੇ ਨੰਬਰ ਨੋਟ ਨੇ ਕਿ ਤੁਹਾਨੂੰ ਚੰਡੀਗੜ੍ਹ ਬੈਠ ਕੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਊਗੀ। ਤੇ ਅਜੇ ਤੱਕ ਅਸੀਂ ਅਨੇਕਾਂ ਵਾਰ ਉਹਨਾਂ ਦੇ ਨੰਬਰ ਟਰਾਈ ਕਰ ਰਹੇ ਹਾਂ, ਸਾਡੇ ਕੋਈ ਫੋਨ ਨਹੀਂ ਅਟੈਂਡ ਹੋ ਰਹੇ ਤੇ ਸਾਨੂੰ ਅਜੇ ਤੱਕ ਕਾਲ ਜਾਨੀ ਹਰ ਪਾਸੇ ਉਲਾਰੇ ਮਿਲ ਰਹੇ। ਲੱਗਦਾ ਹੈ ਕਿ ਉਹ ਵੀ ਉਹੀ ਕੁਛ ਹੈਗੇ ਤੇ ਅਸਲ ਦੇ ਵਿੱਚ ਉਹ ਜਿਵੇਂ ਕਿਹਾ ਜਾਂ ਹੱਥਾਂਬਾਜ਼ ਕਰਾ ਰਿਹਾ ਬੈਰੀ ਕੋਈ ਨਾ ਮਿਸ ਸੰਘਰਸ਼ ਜਾਰੀ, ਉਹ ਲੜਨਾ ਪਊਗਾ, ਲੜ ਕੇ ਲੈਣਾ ਪਊ, ਸੰਘਰਸ਼ ਜਾਰੀ ਰਹੂਗਾ। ਪਰ 5-6 ਮਹੀਨੇ ਮੈਂ ਰਹਿ ਗਏ, 8 ਕੁ ਮਹੀਨੇ 'ਚ ਮੇਰੇ ਹਿਸਾਬ ਨਾਲ ਹੋ ਜਾਣੇ ਚੁਣਾਵ, ਤੇ ਉਹ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ। ਜਿਵੇਂ ਸਰਕਾਰ ਦਾ ਰਵੱਈਆ 8 ਮਹੀਨਿਆਂ ਤੋਂ ਲੱਗ ਰਿਹਾ, ਜੇ ਹੋਇਆ ਫਿਰ ਕੀ ਕਰੋਗੇ? ਸਦੀਆਂ ਚੱਲ ਜਾਂਦੀਆਂ ਨੇ ਲੜਾਈਆਂ, ਜਿਹੜੀਆਂ ਮਹੀਨਿਆਂ ਬੱਧੀ ਚੱਲ ਜਾਂਦੀਆਂ ਨੇ। ਜੇ ਸਾਡੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 10-10 12-12 ਮਹੀਨੇ ਤੋਂ ਪਹਿਲਾਂ ਹੁਣ ਸਾਡੇ ਕਿਸਾਨੀ। ਚਲੋ ਆਪਾਂ ਹੁਣ ਦੀ ਗੱਲ ਕਰਦੇ ਹਾਂ ਵੀ ਮੇਰਾ ਤਾਂ ਸਿਰਫ ਇਹ ਹੈ ਵੀ ਕੰਡਕਟਰ ਯਾਨੀ ਕੋਡ ਆਫ ਕੰਡਕਟ ਚੋਣ ਜਾਬਤਾ ਲੱਗਣ ਦੇ ਨੇੜੇ ਹੋ ਜਾਂਦਾ, ਕਿਉਂ 8 ਮਹੀਨੇ ਤੁਹਾਨੂੰ ਪਹਿਲਾਂ ਹੋਗੇ, 4 ਕੁ ਮਹੀਨੇ ਹੋਰ ਰਹੇ ਕਿ ਉਸ ਤੋਂ ਬਾਅਦ ਇਲੈਕਸ਼ਨ ਹੋਣੇ ਨੇ, ਤੇ ਜੇ ਹੋ ਜਾਂਦਾ ਫਿਰ ਕੀ ਕਰੋਗੇ? ਉਹਨਾਂ ਦੀਆਂ ਗੱਡੀਆਂ ਦੇ ਮਗਰ ਸਪੀਕਰ ਬਣਾਂਗੇ, ਆਪਣੇ ਸਪੀਕਰ ਬਣ ਕੇ ਲੈ ਕੇ ਜਿੱਥੇ ਜਿੱਥੇ ਜਾਣਗੇ ਜਾ ਕੇ ਦੱਸਾਂਗੇ ਕਿ ਉਹੀ ਕਾਂਗਰਸ ਹੈ ਜਿਹੜੇ ਦੁਬਾਰਾ ਤੁਹਾਡੇ ਕੋਲ ਵੋਟਾਂ ਲੈਣ ਆਏ ਨੇ ਤੇ ਪਿਛਲੇ ਵਾਅਦੇ ਇਹਨਾਂ ਦੇ ਇਹ ਹੈ। ਪੈਰਲਰ ਉਹਨਾਂ ਦੇ ਜਾ ਕੇ ਪਿੰਡਾਂ ਦੇ ਵਿੱਚ ਉਹਨਾਂ ਦਾ ਦੱਸਾਂਗੇ ਪਿਛਲੇ 5 ਸਾਲ ਦੀ ਰਿਪੋਰਟ ਕੀ ਹੈ। ਜਦੋਂ ਲੋਕਾਂ ਨੂੰ ਇਹ ਗੱਲ ਪਤਾ ਲੱਗੂ ਤਾਂ ਲੋਕ ਇਹਦਾ ਬਦਲ ਜ਼ਰੂਰ ਲੱਭਣਗੇ। ਚਲੋ, ਲਾਸਟ ਕੁਐਸਚਨ, ਦਰਸ਼ਕਾਂ ਨੇ ਇਹ ਗੱਲ ਸਾਂਝੀ ਕਰੋ, ਤੁਹਾਡੀਆਂ 5 ਜਥੇਬੰਦੀਆਂ ਟੋਟਲ ਨੇ, ਅੱਜ ਜਿਹੜੀ 4 ਜਥੇਬੰਦੀਆਂ ਦੀ ਤੁਸੀਂ ਨੁਮਾਇੰਦਗੀ ਕੀਤੀ ਹੈ, ਕਿੰਨੇ ਬੇਰੁਜ਼ਗਾਰ ਨੇ ਪ੍ਰਤੀ ਜਥੇਬੰਦੀ ਵਿੱਚ ਵੱਖ ਦੇ ਵਿੱਚ? ਸਾਡੇ ਜਿਹੜੇ ਵੀਰ ਟੈਟ ਪਾਸ ਹੈ ਉਹਦੇ ਵਿੱਚ 37,000 ਦੇ ਕਰੀਬ ਜੀ ਸਾਡੀ ਜਿਹੜੀ ਜਥੇਬੰਦੀਆਂ ਦੀ ਗਿਣਤੀ ਬਣਦੀ ਹੈ ਬੇਰੁਜ਼ਗਾਰ ਨੇ। ਅਧਿਆਪਕ ਨੇ ਬੀਐਡ ਕਰਨ ਤੋਂ ਬਾਅਦ ਇੱਕ ਟੈਟ ਦਾ ਪੇਪਰ ਹੈ, ਟੀਚਰ ਐਲੀਜੀਬਿਲਿਟੀ ਟੈਸਟ, ਅਧਿਆਪਕ ਯੋਗਤਾ ਪ੍ਰੀਖਿਆ ਜਿਹੜੀ ਆਰਟੀ ਐਕਟ ਦੀ ਇੱਕ ਮੱਦ ਹੈ ਉਹ ਪਾਸ ਕਰਨ ਵਾਲੇ ਨੇ। 8,000 ਦੇ ਕਰੀਬ ਸਾਡੇ ਡੀਪੀ ਅਧਿਆਪਕ ਨੇ, ਇਹ 7 ਦੇ 7500 ਦੇ ਕਰੀਬ ਸਾਡੇ ਪੀਟੀ ਅਧਿਆਪਕ ਨੇ। ਇਸ ਤਰ੍ਹਾਂ ਆਰਟ ਐਂਡ ਕਰਾਫਟ ਦੇ ਜਿਹੜੇ 11-12,000 ਦੇ ਕਰੀਬ ਉਹ ਬਣਦੇ ਨੇ। ਕੁੱਲ ਕਰਾ ਕੇ ਸਾਡੀ ਗਿਣਤੀ 58,000 ਦੇ ਕਰੀਬ ਇਹਨਾਂ ਦੀ ਬਣਦੀ ਹੈ। 2,000 ਦੇ ਕਰੀਬ ਮਲਟੀਪਰਪਜ਼ ਹੈਲਥ ਵਰਕਰ ਨੇ ਜਿਹੜੇ ਸਾਡੇ ਇੱਕ ਹੈਲਥ ਦੀ ਜਥੇਬੰਦੀ ਹੈ। ਕੁੱਲ 60,000 ਦੇ ਕਰੀਬ ਆਪਾਂ ਗੱਲ ਕੀਤੀ ਹੈ ਕਿ 60,000 ਦੇ ਕਰੀਬ ਇਹ ਸਕਿਲਡ ਬੇਰੁਜ਼ਗਾਰ ਨੇ ਜਿਹੜੇ ਉਹ ਸਾਰੀਆਂ ਯੋਗਤਾਵਾਂ ਰੱਖਦੇ ਆ ਜਿਨ੍ਹਾਂ ਦੇ ਆਧਾਰ ਤੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਨੌਕਰੀ ਮੰਗੀ ਜਾ ਸਕਦੀ ਹੈ। ਯਾਨੀ ਕਿ ਤੁਹਾਡਾ ਸੰਘਰਸ਼ ਜਾਰੀ ਰਹੇਗਾ। ਇੱਕ ਵੱਡਾ ਸਮੂਹ ਯਾਨੀ 60,000 ਦੇ ਕਰੀਬ ਤੁਹਾਡਾ ਸਮੂਹ ਬਣਦਾ ਬੇਰੁਜ਼ਗਾਰਾਂ ਦਾ, ਜਿਹੜੇ ਸਿੱਖਿਆ ਖੇਤਰ ਨਾਲ, ਹੈਲਥ ਖੇਤਰ ਨਾਲ ਜੁੜੇ ਹੋਏ ਨੇ,
ਤੇ ਜਿਹੜੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਜੀ ਜਿਹੜੀਆਂ ਸ਼ਰਤਾਂ ਇਹਨਾਂ ਪੋਸਟਾਂ ਲਈ ਜੀ ਨਿਰਧਾਰਿਤ ਕੀਤੀਆਂ ਗਈਆਂ ਨੇ। ਤੇ ਉਹ ਫਿਰ ਇਹ ਸਾਰਾ ਸਮੂਹ ਪਹਿਲਾਂ ਸੰਘਰਸ਼ ਜੁੜਿਆ ਹੋਇਆ ਜਦੇ ਕੋਡ ਆਫ ਚੋਣ ਜਾਬਤਾ ਵੀ ਲੱਗ ਜਾਂਦਾ ਤਾਂ ਵੀ ਐਡਾ ਸਮੂਹ ਯਾਨੀ ਕਿ ਜਿਹੜੇ ਸੱਤਾ ਧਿਰ 'ਚ ਰਹੇ ਨੇ ਆਗੂਆਂ ਦੇ ਖਿਲਾਫ ਚੱਲੇਗਾ। ਬਿਲਕੁਲ ਬਿਲਕੁਲ ਜੀ, ਉੱਥੇ ਪ੍ਰਚਾਰ ਚੱਲੂਗਾ। ਇਹ ਸਾਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸਰਦਾਰ ਸੁਖਵਿੰਦਰ ਸਿੰਘ ਢਿੱਲਵਾਂ ਜੀ, ਉਹਨਾਂ ਨੇ ਬੜੇ ਤਫਸੀਲ ਨਾਲ ਗੱਲ ਸਾਂਝੀ ਕੀਤੀ ਹੈ ਕਿ ਪਿਛਲੇ 8 ਮਹੀਨਿਆਂ ਤੋਂ ਉਹ ਲਗਾਤਾਰ ਲੋਕਤੰਤਰਕ ਤਰੀਕੇ ਵੱਖ-ਵੱਖ ਤਰੀਕੇ ਨਾਲ ਸੰਘਰਸ਼ ਜਾਰੀ ਰੱਖੇ ਬੈਠਾ ਹੈ ਤੇ ਐਡੇ ਵੱਡੇ ਸਮੂਹ ਦੀ ਉਹ ਪ੍ਰਤੀਨਿਧਤਾ ਕਰਦੇ ਨੇ, ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ। ਸਰਕਾਰ ਨਾਲ 20 ਦੇ ਕਰੀਬ ਮੀਟਿੰਗਾਂ ਹੋ ਗਈਆਂ ਅੱਜ ਸਣੇ। ਹਰ ਵਕਤ ਨਵਾਂ ਲਾਰਾ ਹੁੰਦਾ, ਨਵਾਂ ਨੁਕਤਾ ਹੁੰਦਾ ਉਸ ਨੂੰ ਅੱਗੇ ਪਾਉਣ ਦਾ। ਅੱਜ ਵੀ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਕੈਬਨਿਟ ਦੇ ਵਿੱਚ ਰੱਖਿਆ ਗਿਆ ਸੀਗਾ, ਉਹ ਰਿਜੈਕਟ ਕਰ ਦਿੱਤਾ ਗਿਆ ਤੇ ਕੁਝ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਉਹ ਦੁਬਾਰਾ ਵਿਚਾਰ ਕੇ ਇਹਨਾਂ ਨੂੰ ਦੁਬਾਰਾ ਸੱਦਿਆ ਜਾਏਗਾ। ਕਾਂਗਰਸ ਦੇ ਨਵੇਂ ਲਗਾਏ ਗਏ ਪ੍ਰਧਾਨ ਜਿਨ੍ਹਾਂ ਤੇ ਹਮੇਸ਼ਾ ਕਾਂਗਰਸ ਤੇ ਵਰਕਰਾਂ ਦਾ ਇੱਕ ਦੁਬਾਰਾ ਦਾਅਵਾ ਰਹਿੰਦਾ ਕਿ ਸਿੱਧੂ ਸਾਹਿਬ ਆ ਗਏ ਨੇ, ਇਹ ਹੁਣ ਸਾਰੇ ਮਸਲੇ ਹੱਲ ਕਰਨਗੇ ਤੇ ਸਮਾਂ ਬੜਾ ਥੋੜ੍ਹਾ ਹੈ। ਸਰਕਾਰ ਦੀ ਨੀਅਤ ਇਹਨਾਂ ਮੁਤਾਬਕ ਹੈ ਨਹੀਂ ਗੀ ਸਾਫ਼ ਕਿ ਉਹ ਰੁਜ਼ਗਾਰ ਦੇਣ, ਪਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਫਿਰ ਇਹ ਇੱਕ ਵੱਡਾ ਸਮੂਹ ਸੱਤਾ ਧਿਰ ਦੇ ਆਗੂਆਂ ਦੇ ਖਿਲਾਫ ਨਿੱਤਰੇਗਾ। ਰਿਜ਼ਲਟ ਫਿਰ ਅਗਲੀ ਸਰਕਾਰ ਕੀ ਦਿੰਦੀ ਹੈ, ਗੱਲ ਉਮੀਦ ਤੇ ਹੀ ਰਹਿ ਜਾਂਦੀ ਹੈ। ਬੇਰੁਜ਼ਗਾਰਾਂ ਦੀ, ਲੋਕਾਂ ਦੀ ਉਮੀਦ ਆਪਣੇ ਚੁਣੇ ਹੋਏ ਲੋਕਾਂ ਤੋਂ, ਯਾਨੀ ਜਾਂ ਤਾਂ ਉਹਨਾਂ ਕੋਲ ਚੁਣਨ ਵੇਲੇ ਸੋਚਣ ਦੀ ਲੋੜ ਹੈ ਕਿ ਕੈਸੇ ਨੁਮਾਇੰਦੇ ਚਾਹੀਦੇ ਨੇ, ਉਹਨੂੰ ਇੱਕ ਬਹੁਤ ਵੱਡਾ ਸਵਾਲ ਹੈ। ਆਉਣ ਵਾਲੇ ਦਿਨਾਂ 'ਚ ਚੋਣਾਂ ਨੇੜੇ ਨੇ। ਇਹ ਜਿਹੜੇ ਬੇਰੁਜ਼ਗਾਰ ਨੇ, ਹੋਰ ਲੋਕ ਨੇ ਜਿਨ੍ਹਾਂ ਦੇ ਮਸਲੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਲੈ ਕੇ ਜਾਂ ਹੋਰ ਗੱਲਾਂ ਕਰਕੇ ਵਾਅਦੇ ਕੀਤੇ ਪਰ ਵਾਅਦੇ ਪੂਰੇ ਨਹੀਂ ਕੀਤੇ ਤੇ ਬੇਅਦਬੀ ਜਿਹੇ ਵੱਡੇ ਮਾਮਲੇ ਨੇ ਜਿੱਥੇ ਸਿੱਧੇ ਧਾਰਮਿਕ ਭਾਵਨਾ ਨਾਲ ਜੁੜੇ ਨੇ, ਇਹਨਾਂ ਦੇ ਭਵਿੱਖ ਦਾਅ 'ਤੇ ਲੱਗਿਆ ਹੋਇਆ। ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਨਿੱਤਰਦਾ, ਜਾਂ ਚੋਣਾਂ ਤੋਂ ਪਹਿਲਾਂ ਇਹਨਾਂ ਦਾ ਮਸਲਾ ਹੁੰਦਾ ਹੱਲ ਜਾਂ ਖੱਲ ਵਾਲੀ ਰਾਹ 'ਤੇ ਤੁਰਦਾ। ਇਹ ਭਵਿੱਖ 'ਚ ਆਉਣ ਵਾਲੀ ਗੱਲ ਹੈ। ਪਹਿਲਾਂ ਇਹਦੇ ਵਾਸਤੇ ਕੁਛ ਕਿਹਾ ਨਹੀਂ ਜਾ ਸਕਦਾ, ਕਿਹਾ ਜਾ ਸਕਦਾ, ਜਾਂ ਚੋਣਾਂ ਦੇ ਵਿੱਚ ਇਹ ਇੱਕ ਵੱਡੇ ਵਿਰੋਧ ਦੇ ਵਿੱਚ ਨਿੱਤਰਦੇ ਨੇ, ਲੋਕ ਰਾਏ ਬਣਦੀ ਹੈ ਤਾਂ ਉਸ ਸਰਕਾਰ ਨੂੰ ਜਾਂ ਤਾਂ ਸਬਕ ਸਿਖਾਉਣਗੇ ਤੇ ਜਾਂ ਉਹਨੂੰ ਇੱਕ ਲੀਹ 'ਤੇ ਪਾਉਣਗੇ। ਅਸੀਂ ਅਜਿਹੀਆਂ ਚਰਚਾਵਾਂ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਤਾਂ ਜੋ ਉਹ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰ ਸਕਣ ਅਦਾਰਿਆਂ ਨਾਲ ਤੇ ਆਪਣੇ ਨੁਮਾਇੰਦਿਆਂ ਨਾਲ। ਜੇ ਸਾਡੇ ਪ੍ਰੋਗਰਾਮ ਦਰਸ਼ਕਾਂ ਨੂੰ ਅੱਛੇ ਲੱਗਦੇ ਨੇ ਤਾਂ ਉਹ ਇਹਨਾਂ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਅਜਿਹੇ ਪ੍ਰੋਗਰਾਮ, ਅਜਿਹੀਆਂ ਚਰਚਾਵਾਂ ਉਹਨਾਂ ਨੂੰ ਪਹਿਲਾਂ ਦਸਤਕ ਦੇਣ, ਜਾਣੀ ਸੂਚਨਾ ਦੇਣ ਤੇ ਉਹ ਦੇਖ ਸਕਣ ਤੇ ਲਗਾਤਾਰ ਦੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।